ਅਕਸਰ ਸੁਣਨ ਨੂੰ ਮਿਲਦਾ ਹੈ, ਕਹਿੰਦੇ ਰੱਬ ਦੇ ਬੰਦੇ ਤਾਂ ਦੁਸ਼ਮਣਾਂ ਦਾ ਵੀ ਦਿਲ ਨਹੀਂ ਤੋੜਨਾ ਚਾਹੁੰਦੇ। ਸੋਚਣ ਵਾਲੀ ਗੱਲ ਹੈ ਵੈਸੇ, ਭਲਾ ਫਿਰ ਉਹ ਕਿਹੜੇ ਨੇ ਜਿਹੜੇ ਥਾਂ ਥਾਂ ਤੇ ਆਪਣੇ ਮਿੱਤਰਾਂ ਨੂੰ ਵੀ ਭੰਡੀ ਜਾਂਦੇ। ਸੋਚੋ ਜ਼ਰਾ, ਉਹ ਕੌਣ ਨੇ? ਮੈਨੂੰ ਲੱਗਦਾ ਹੈ ਉਹ ਵਿਚਾਰੇ ਬਦਕਿਸਮਤ ਨੇ। ਦੇਖੋ, ਕਿਸੇ ਨੂੰ ਬੁਰਾ ਜਾਂ ਚੰਗਾ ਕਹਿਣ ਦੇ ਤਾਂ ਆਪਾਂ ਹੱਕਦਾਰ ਨਹੀਂ, ਪਰ ਹਾਂ ਇੱਕ ਗੱਲ ਹੈ ਪੱਕੀ, ਖੁਸ਼ਕਿਸਮਤ ਉਹੀ ਨੇ ਜਿਹੜੇ ਭਲੇ ਰਾਹਾਂ ਤੇ ਤੁਰਦੇ ਆ ਹੋਰਾਂ ਵਾਸਤੇ ਵੀ ਖੁਸ਼ੀਆਂ ਦੇ ਨਵੇਂ ਰਾਹ ਖੋਲੀ ਜਾਂਦੇ। ਬਾਕੀ ਉਹ ਵਿਚਾਰੇ ਸੱਚਮੁੱਚ ਹੀ ਬਦਕਿਸਮਤ ਨੇ ਜਿਹੜੇ ਕਿਸੇ ਦਾ ਬੁਰਾ ਸੋਚ ਕੇ ਆਪਣੀਆਂ ਖੁਸ਼ੀਆਂ ਦੇ ਰਾਹਾਂ ਵਿੱਚ ਵੀ ਕੰਢੇ ਸਿੱਟੀ ਜਾਂਦੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸਾਇੰਸ ਕਨਸੈਪਟ ਕਲਾਸਿਸ 2.0। ਅੱਜ ਆਪਾਂ ਜਿਹੜਾ ਉਹ ਚੈਪਟਰ ਦਾ ਅੱਧਾ ਪਾਰਟ ਰਹਿ ਗਿਆ ਸੀਗਾ, ਨੇਚਰ ਆਫ ਬਿਜ਼ਨਸ, ਅੱਜ ਆਪਾਂ ਕਹੀਏ ਫੰਡਾਮੈਂਟਲਸ ਆਫ ਬਿਜ਼ਨਸ, ਠੀਕ, ਉਹਦੇ ਬਾਰੇ ਡਿਟੇਲ ਕਰਾਂਗੇ ਥੋੜੀ ਜੀ। ਐਕਟੀਵਿਟੀਜ਼ ਤੋਂ ਗੱਲ ਸਟਾਰਟ ਹੁੰਦੀ ਹੈ। ਕਲਾਸ 11 ਬਿਜ਼ਨਸ ਸਟੱਡੀਜ਼, ਸੱਚ ਮੈਂ ਦੱਸਣਾ ਭੁੱਲ ਗਿਆ, 11ਵੀਂ ਕਲਾਸ ਦੀ ਬਿਜ਼ਨਸ ਸਟੱਡੀਜ਼ ਬਾਰੇ ਪੜ੍ਹ ਰਹੇ ਹਾਂ। ਸ਼ੁਰੂਆਤ ਕਰਦੇ ਹਾਂ ਐਕਟੀਵਿਟੀਜ਼ ਦੇ ਨਾਮ ਤੋਂ। ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਗੌਰ ਕਰਿਓ। ਇੱਕ ਹੁੰਦੀ ਹੈ ਇਕਨੋਮਿਕ ਐਕਟੀਵਿਟੀਜ਼, ਦੂਜੀਆਂ ਹੁੰਦੀਆਂ ਨੇ ਨੋਨ ਇਕਨੋਮਿਕ ਐਕਟੀਵਿਟੀਜ਼। ਇਕਨੋਮਿਕ ਐਕਟੀਵਿਟੀਜ਼ ਕਈ ਵਾਰ ਟੀਚਰ ਸਮਝਾਉਂਦੇ ਨੇ ਪੈਸੇ ਨਾਲ ਰਿਲੇਟਡ, ਨਹੀਂ, ਇੱਦਾਂ ਨਹੀਂ। ਇਕਨੋਮਿਕ ਐਕਟੀਵਿਟੀਜ਼ ਆਰ ਦੋਜ਼ ਐਕਟੀਵਿਟੀਜ਼ ਵਿਚ ਆਰ ਡਨ with the objective in the mind of earning ਇਕਨੋਮਿਕ ਐਕਟੀਵਿਟੀਜ਼ ਉਹ ਐਕਟੀਵਿਟੀਜ਼ ਨੇ ਜੋ ਇਸ ਕਰਕੇ ਕੀਤੀਆਂ ਜਾਂਦੀਆਂ ਨੇ ਤਾਂ ਕਿ ਕੁਝ ਅਰਨਿੰਗ ਹੋਵੇ। ਉਹਨਾਂ ਐਕਟੀਵਿਟੀਜ਼ ਦੇ ਪਿੱਛੇ ਕਿਸੇ ਨਾ ਕਿਸੇ ਦੀ ਤਾਂ ਕਮਾਈ ਹੁੰਦੀ ਵੀ ਹੋਊਗੀ, ਚਾਹੇ ਤੁਸੀਂ ਸਮਾਨ ਖਰੀਦ ਰਹੇ ਹੋ ਚਾਹੇ ਵੇਚ ਰਹੇ ਹੋ, ਕਿਸੇ ਨਾ ਕਿਸੇ ਦੀ ਅਰਨਿੰਗ ਤਾਂ ਹੈਗੀ। ਖਰੀਦਣ ਲੱਗਿਆ ਸਾਹਮਣੇ ਵਾਲੇ ਦੀ ਅਰਨਿੰਗ ਹੋਊਗੀ, ਵੇਚਣ ਲੱਗਿਆ ਤੁਹਾਡੀ ਅਰਨਿੰਗ ਹੋਏਗੀ। ਤਾਂ ਇਕਨੋਮਿਕ ਐਕਟੀਵਿਟੀਜ਼ ਉਹ ਐਕਟੀਵਿਟੀਜ਼ ਜਿੱਥੇ ਕਿਸੇ ਨਾ ਕਿਸੇ ਤਰ੍ਹਾਂ ਦੀ ਅਰਨਿੰਗ ਓਬਜੈਕਟਿਵ ਹੈ। ਨੋਨ ਇਕਨੋਮਿਕ ਐਕਟੀਵਿਟੀਜ਼ ਜਿੱਥੇ ਓਬਜੈਕਟਿਵ ਅਰਨਿੰਗ ਨਹੀਂ ਹੈਗਾ, ਐਂ ਕਹਿ ਲਓ ਵੀ ਸੋਸ਼ਲ ਹੈਲਪ, ਠੀਕ ਹੈ। ਹੋਰ ਕੀ ਕਹਿ ਸਕਦੇ ਹੋ? ਹਾਂ, ਇਹ ਕਹਿ ਸਕਦੇ ਹੋ ਸਾਈਕੋਲੋਜੀਕਲ ਸੈਟਿਸਫੈਕਸ਼ਨ ਹੈ। ਜਿਵੇਂ ਮੇਰਾ ਦੋਸਤ ਕਹਿੰਦਾ ਸੀਗਾ, ਕਹਿੰਦਾ ਯਾਰ ਮੈਨੂੰ ਗਰੀਬਾਂ ਦੀ ਮਦਦ ਕਰਕੇ ਬੜਾ ਮਜ਼ਾ ਆਉਂਦਾ। ਮੈਂ ਕਿਹਾ ਅੱਛਾ, ਫਿਰ ਘੱਟੋ ਘੱਟ ਸਟੇਟਸ ਤਾਂ ਨਾ ਪਾਇਆ ਕਰ ਵੀਡੀਓ ਬਣਾ ਕੇ। ਚਲੋ ਉਹ ਸਮਝ ਗਏ। ਹੁਣ ਤੁਸੀਂ ਸਮਝੋ, ਐਕਟੀਵਿਟੀਜ਼ ਦੋ ਤਰ੍ਹਾਂ ਦੀਆਂ। ਅਗਰ ਤੁਸੀਂ ਕੋਈ ਕਮਾਈ ਵਾਸਤੇ ਐਕਟੀਵਿਟੀਜ਼ ਕਰ ਰਹੇ ਹੋ ਜਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਅਰਨਿੰਗ ਹੋ ਰਹੀ ਹੈ ਐਕਟੀਵਿਟੀ ਪਿੱਛੇ, ਤਾਂ ਇਕਨੋਮਿਕ ਐਕਟੀਵਿਟੀ ਹੈ। ਪਰ ਗੁਰਦੁਆਰੇ ਵੱਲੋਂ ਲਾਇਆ ਗਿਆ ਲੰਗਰ, ਤੁਹਾਡੇ ਮਦਰ ਵੱਲੋਂ ਕੀਤੀ ਗਈ ਤੁਹਾਡੀ ਇੰਨੀ ਸੇਵਾ, ਉਹ ਸਾਰਾ ਕੁਛ ਉਹ ਸੋਸ਼ਲ ਮਤਲਬ ਇੱਕ ਨੇਚਰ ਦੀ ਹੋ ਸਕਦੀ ਹੈ, ਸੋਸ਼ਲ ਹੈਲਪ ਹੋ ਸਕਦੀ ਹੈ, ਸਾਈਕੋਲੋਜੀਕਲ ਸੈਟਿਸਫੈਕਸ਼ਨ ਹੋ ਸਕਦੀ ਹੈ। ਪੈਸਾ ਉਹਦੇ ਪਿੱਛੇ ਮੋਟਿਵ ਨਹੀਂ ਹੈ, ਅਰਨਿੰਗ ਉਹਦੇ ਪਿੱਛੇ ਮੋਟਿਵ ਨਹੀਂ ਹੈ, ਠੀਕ ਹੈ। ਕੋਈ ਬੰਦਾ ਗੁਰਦੁਆਰੇ ਜਾ ਕੇ ਮੱਥਾ ਟੇਕ ਰਿਹਾ, ਸੇਵਾ ਕਰਾ ਰਿਹਾ, ਮੰਦਰ ਜਾ ਰਿਹਾ, ਰੱਬ ਦਾ ਨਾਂ ਲੈ ਰਹੇ ਹੋ, ਕੋਈ ਦਾਨ ਪੁੰਨ ਕਰ ਰਹੇ ਹੋ, ਨੋਨ ਇਕਨੋਮਿਕ ਐਕਟੀਵਿਟੀਜ਼, ਠੀਕ। ਆ ਦੋ। ਹੁਣ ਥੋੜ੍ਹਾ ਜਿਹਾ ਅੱਗੇ ਵਧੀਏ। ਅੱਗੇ ਜਿਹੜੀਆਂ ਅਰਨਿੰਗ ਵਾਲੀ ਐਕਟੀਵਿਟੀਜ਼ ਨੇ, ਮਤਲਬ ਜਿਹੜੀਆਂ ਇਕਨੋਮਿਕ ਐਕਟੀਵਿਟੀਜ਼ ਨੇ, ਇਹ ਤਿੰਨ ਤਰ੍ਹਾਂ ਦੀਆਂ ਨੇ। ਮੋਟਾ ਮੋਟਾ ਦੱਸ ਰਹੇ ਹਾਂ, ਜ਼ਿਆਦਾ ਦਿਮਾਗ 'ਤੇ ਬੋਝ ਨਾ ਪਾਇਓ। ਆਪਾਂ ਗੱਲ ਕਰੀਏ ਵੀ ਜੇ ਤੁਸੀਂ ਪੈਸੇ ਕਮਾਉਣੇ ਨੇ ਤਾਂ ਪੈਸੇ ਕਿੱਥੋਂ ਕਮਾਓਗੇ? ਬਹੁਤ ਸਾਰੀ ਜਗ੍ਹਾ ਹੋ ਸਕਦੀ ਹੈ ਪੈਸੇ ਕਮਾਉਣ ਦੀ। ਮੋਟਾ ਮੋਟਾ ਦੱਸਦਾ, ਆਪਾਂ ਇਹਨੂੰ ਤਿੰਨ ਕੈਟੇਗਰੀਜ਼ ਦੇ ਵਿੱਚ ਵੰਡ ਸਕਦੇ ਹਾਂ। ਬੜੀਆਂ ਪਿਆਰੀ ਪਿਆਰੀ ਸਿੰਪਲ ਜਿਹੀਆਂ ਕੈਟੇਗਰੀਜ਼ ਨੇ, ਦਿਮਾਗ 'ਤੇ ਬੋਝ ਬਿਲਕੁਲ ਨਾ ਪਾਉਣਾ ਜੀ। ਜਾਂ ਤਾਂ ਇੱਦਾਂ ਕੰਮ ਕਰ ਲਓ, ਬਿਜ਼ਨਸ, ਸਮਾਨ ਖਰੀਦੋ ਸਮਾਨ ਵੇਚੋ, ਠੀਕ। ਦੂਸਰਾ, ਤੁਸੀਂ ਕੋਈ ਪ੍ਰੋਫੈਸ਼ਨਲ ਵੀ ਬਣ ਸਕਦੇ ਹੋ, ਜਿਵੇਂ ਕਿ ਕੋਈ ਟੀਚਰ, ਕੋਈ ਐਡਵੋਕੇਟ, ਕੋਈ ਡਾਕਟਰ ਵਗੈਰਾ ਵਗੈਰਾ। ਤੀਜਾ, ਤੁਸੀਂ ਕਿਸੇ ਦੇ ਨੌਕਰ ਇੰਪਲੋਈ ਵੀ ਬਣ ਸਕਦੇ ਹੋ, ਠੀਕ। ਆਹੀ ਤਿੰਨ ਹੁੰਦਾ ਨੇ ਬਸ, ਹੋਰ ਤਾਂ ਕੀ ਹੁੰਦਾ? ਆਹੀ ਤਿੰਨ ਕੈਟੇਗਰੀਜ਼ ਨੇ ਬੇਸਿਕਲੀ। ਇਹ ਤਿੰਨਾਂ ਦੇ ਵਿੱਚ ਸਾਰਾ ਕੁਛ ਆ ਜਾਂਦਾ। ਜਿੰਨੇ ਵੀ ਕਮਾਈ ਦੇ ਸਾਧਨ ਨੇ, ਆ ਤਿੰਨੋਂ ਕੈਟੇਗਰੀਜ਼ ਦੇ ਵਿੱਚ ਹੀ ਆਉਂਦੇ ਨੇ।
ठीक है जी। ਹੁਣ ਆਪਾਂ ਥੋੜਾ ਜਿਹਾ ਧਮਾਕੇਦਾਰ ਗੱਲਾਂ ਕਰਾਂਗੇ ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈ, ਬੜਾ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਤੇ ਸਮਝ ਵੀ ਬੜੀ ਜਲਦੀ ਆਉਂਦਾ। ਬਹੁਤ ਇੰਪੋਰਟੈਂਟ ਟੌਪਿਕ ਤੇ ਬੜਾ ਪਿਆਰਾ ਟੌਪਿਕ, ਡਿਫਰੈਂਸ ਬਿਟਵੀਨ these three on the basis of these points। ਫਰਕ ਬਿਜ਼ਨਸ ਦਾ, ਪ੍ਰੋਫੈਸ਼ਨ ਦਾ ਤੇ ਇੰਪਲੋਇਮੈਂਟ ਦਾ। ਇੱਕ ਮਿੰਟ ਪਹਿਲਾਂ ਤਾਂ ਥੋੜਾ ਜਿਹਾ ਦੂਰ ਕਰੀਏ ਵਹਿਮ। ਇੰਪਲੋਇਮੈਂਟ ਕਿਸੇ ਦੇ ਅੰਡਰ ਕੰਮ ਕਰਨਾ ਹੋ ਗਿਆ ਹੈ ਨਾ। ਇੰਪਲੋਈ ਜਿਹੜਾ ਬੰਦਾ ਕੰਮ ਕਰ ਰਿਹਾ ਹੈ ਕਿਸੇ ਦੇ ਅੰਡਰ। ਇੰਪਲੋਇਰ ਮਾਲਕ ਨੂੰ ਬੋਲਦੇ ਆ ਜਿਹਦੇ ਅੰਡਰ ਬੰਦੇ ਕੰਮ ਕਰ ਰਹੇ ਨੇ। ਸਮਝ ਗਏ? ਮੈਂ ਇੰਪਲੋਈ ਹਾਂ ਇੱਕ ਸਕੂਲ ਦੇ ਵਿੱਚ, ਸਾਡੇ ਪ੍ਰਿੰਸੀਪਲ ਜਾਂ ਜਗ੍ਹਾ ਲਗਾ ਲਓ ਜਿਹੜੀ ਸਾਡੀ ਮੈਨੇਜਮੈਂਟ ਹੈ ਉਹ ਸਾਡੀ ਇੰਪਲੋਇਰ ਹੋਗੀ ਤੇ ਮੈਂ ਐਜ਼ ਅ ਟੀਚਰ ਇੰਪਲੋਇਮੈਂਟ ਕਰ ਰਿਹਾ। ਠੀਕ ਹੈ, ਡਿਫਰੈਂਸ ਤਾਂ ਇਹੀ ਹੈ ਇਹ ਤਿੰਨਾਂ ਦੇ। ਬੜਾ ਧਿਆਨ ਨਾਲ ਸਮਝੋ। ਕਮੈਂਸਮੈਂਟ ਹੁੰਦਾ ਸ਼ੁਰੂਆਤ, ਬਿਗਨਿੰਗ ਕਿੱਦਾਂ ਹੋਊਗੀ। ਜੇ ਤੁਸੀਂ ਬਿਜ਼ਨਸ ਕਰਨਾ ਤਾਂ ਸ਼ੁਰੂਆਤ ਕਿੱਦਾਂ ਹੋਊਗੀ? ਚੱਕ ਦਾ ਫਟੇ, ਬਸ ਇੰਨੀ ਕੀ ਸ਼ੁਰੂਆਤ ਹੁੰਦੀ ਹੈ। ਮਤਲਬ ਇੱਕ ਡਿਸੀਜ਼ਨ ਲੈਣਾ ਹੁੰਦਾ ਬਸ, ਮਤਲਬ ਇੱਕ ਜਸਟ ਡਿਸੀਜ਼ਨ ਮੇਕਿੰਗ ਪ੍ਰੋਸੈਸ। ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ ਬਸ, ਓਬਵੀਅਸਲੀ ਉਹ ਤਾਂ ਗੱਲ ਠੀਕ ਹੈ, ਬਟ ਡਿਸੀਜ਼ਨ ਲੈਣਾ ਪ੍ਰੋਫੈਸ਼ਨਲ ਡਿਸੀਜ਼ਨ ਤੇ ਬੇਸ ਨਹੀਂ ਹੈਗਾ। ਐ ਨਹੀਂ ਹੈਗਾ ਕਿ ਮੈਂ ਅੱਜ ਘਰੋਂ ਨਿਕਲਿਆ ਮੈਂ ਕਿ ਮੈਂ ਡਾਕਟਰ ਬਣੂੰਗਾ, ਇੰਨਾ ਸੌਖਾ ਥੋੜ੍ਹੀ ਹੈ। ਡਿਗਰੀ ਲੈਣੀ ਪਏਗੀ ਭਾਈ, ਠੀਕ ਹੈ, ਪ੍ਰੋਪਰ ਡਿਗਰੀ ਲੈਣੀ ਪਏਗੀ, ਐਗਜ਼ਾਮ ਦੇਣਾ ਪਏਗਾ, ਸਾਰਾ ਕੁਝ ਕਰਨਾ ਪਏਗਾ, ਫਿਰ ਜਾ ਕੇ ਕਿਤੇ ਤੁਸੀਂ ਇੱਕ ਪ੍ਰੋਫੈਸ਼ਨਲ ਬਣ ਸਕਦੇ ਹੋ। ਆਪਣੀ ਮਨਮਰਜ਼ੀ ਥੋੜ੍ਹੀ ਨਾ। ਇੰਪਲੋਇਮੈਂਟ ਕਰਨ ਵਾਸਤੇ, ਇੰਪਲੋਇਮੈਂਟ ਵਾਸਤੇ ਇੱਕ ਕੰਟਰੈਕਟ ਹੋਣਾ ਚਾਹੀਦਾ। ਮਤਲਬ ਕਿ ਲਗਾ ਲਓ ਵੀ ਤੁਸੀਂ ਕਿਤੇ ਜਾਓਗੇ, ਆਪਣਾ ਮੂੰਹ ਮੱਥਾ ਦਿਖਾਓਗੇ, ਇੰਟਰਵਿਊ 'ਚ ਬਹੁਤ ਸਾਰੀਆਂ ਸੋਹਣੀਆਂ ਗੱਲਾਂ ਕਰੋਗੇ, ਤਾਂ ਜਾ ਕੇ ਬੰਦਾ ਸਾਹਮਣੇ ਵਾਲਾ ਇੰਪ੍ਰੈਸ ਹੋਊਗਾ ਤੇ ਤੁਹਾਨੂੰ ਰੱਖੂਗਾ ਤੇ ਤੁਹਾਨੂੰ ਵਾਸਤੇ ਇੱਕ ਕੰਟਰੈਕਟ ਬਣਾ ਕੇ ਦੇਵੇਗਾ ਕਿ ਤੁਸੀਂ ਸਾਡੇ ਇੰਪਲੋਈ ਬਣ ਚੁੱਕੇ ਹੋ। ਠੀਕ, ਫਰਕ ਸਮਝ ਆਇਆ? ਸੈਕੰਡ ਪੁਆਇੰਟ, ਕੁਆਲੀਫਿਕੇਸ਼ਨ। ਬਿਜ਼ਨਸਮੈਨ ਦੀ ਕੁਆਲੀਫਿਕੇਸ਼ਨ ਕੁਝ ਜ਼ਰੂਰੀ ਨਹੀਂ ਹੈਗੀ, ਸੱਚੀ ਦੱਸਾਂ ਤਾਂ ਮਤਲਬ ਕੋਈ ਕੰਪਲਸ਼ਨ ਨਹੀਂ ਹੈ ਕਿ ਮਤਲਬ ਬਿਜ਼ਨਸਮੈਨ 10ਵੀਂ ਪੜ੍ਹਿਆ ਹੋਵੇ, +2 ਪੜ੍ਹਿਆ ਹੋਵੇ, ਜਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਜਾਂ PhD ਕੀਤੀ ਹੋਵੇ, ਐਸਾ ਕੁਝ ਨਹੀਂ ਚੱਕਰ ਹੈਗਾ। ਅਨਪੜ੍ਹ ਬਿਜ਼ਨਸਮੈਨ ਵੀ ਮੈਂ ਦੇਖੇ ਨੇ, ਬਹੁਤ ਪੜ੍ਹੇ ਲਿਖੇ ਬਿਜ਼ਨਸਮੈਨ ਵੀ ਮੈਂ ਦੇਖੇ ਨੇ। ਆਪਣੀ ਹਿੰਮਤ ਹੈ ਤੇ ਮਿਹਨਤ ਹੈ। ਤੇ ਪ੍ਰੋਫੈਸ਼ਨਲ ਬਣਨ ਵਾਸਤੇ ਮੈਂਡੇਟਰੀ ਹੈ, ਕਿਉਂਕਿ ਤੁਸੀਂ ਵਕੀਲ ਮੂੰਹ ਚੱਕਿਆ ਨਹੀਂ ਬਣ ਸਕਦੇ, LLB ਕਰਨੀ ਪੈਂਦੀ ਹੈ। ਤੁਸੀਂ ਡਾਕਟਰ ਮੂੰਹ ਚੱਕਿਆ ਨਹੀਂ ਬਣ ਸਕਦੇ, ਉਹਦੇ ਵਾਸਤੇ ਉਹ ਮਾਸਟਰਸ ਕੀ ਕਹਿੰਦੇ ਆਪਾਂ MD ਵਗੈਰਾ ਹੈ, ਉਹ ਚੀਜ਼ ਕਰਨੀ ਪੈਂਦੀ ਹੈ। ਠੀਕ ਹੈ ਜੀ, ਤਾਂ ਜ਼ਰੂਰੀ ਹੈ, ਮੈਂਡੇਟਰੀ ਹੈ। ਇੰਪਲੋਇਮੈਂਟ ਵਾਸਤੇ ਵੀ ਡਿਪੈਂਡ ਕਰਦਾ ਹੈ, ਡਿਪੈਂਡ ਔਨ ਦੀ ਜੋਬ। ਕੁਛ ਦੇਖੋ ਕੰਮ ਐਸੇ ਹੁੰਦੇ ਨੇ, ਜਿਵੇਂ ਸਾਡੇ ਟੀਚਰਸ ਦੇ ਵਾਸਤੇ B.Ed ਦੀ ਡਿਗਰੀ ਜ਼ਰੂਰੀ ਹੈ ਕਾਫੀ ਸਕੂਲਸ ਦੇ ਵਿੱਚ, ਕਿ ਅਗਰ B.Ed ਕੀਤੀ ਹੋਵੇ ਤਾਂ ਹੀ ਟੀਚਰ ਰੱਖਾਂਗੇ, ਨਹੀਂ ਤਾਂ ਨਹੀਂ ਰੱਖਾਂਗੇ ਤੁਹਾਨੂੰ। ਠੀਕ ਹੈ, ਕੁਛ ਜਿਵੇਂ ਲਾ ਲਓ ਅਗਰ ਕਲੈਰੀਕਲ ਦੀ ਜੋਬ ਹੈ ਤਾਂ ਉਸ ਹਿਸਾਬ ਨਾਲ ਕਾਮਰਸ ਜਾਂ ਕੁਛ ਇਸ ਤਰੀਕੇ ਦਾ ਕੀਤਾ ਹੋਵੇ ਜੋ ਕਲੈਰੀਕਲ ਦੀ ਜੋਬ ਵਾਸਤੇ ਰਿਕੁਆਇਰਡ ਹੋਵੇ। ਤਾਂ ਇੰਪਲੋਇਮੈਂਟ ਦੇ ਵਿੱਚ ਐਵੇਂ ਹੈ ਕਿ ਜੋਬ ਦੇ ਡਿਸਕ੍ਰਿਪਸ਼ਨ ਦੇ ਅਕੋਰਡਿੰਗ ਕੁਆਲੀਫਿਕੇਸ਼ਨ ਚਾਹੀਦੀ ਹੁੰਦੀ ਹੈ। ਠੀਕ, ਤੀਸਰੀ ਚੀਜ਼ ਇਨਵੈਸਟਮੈਂਟ ਕਿੰਨੀ ਚਾਹੀਦੀ ਹੈ। ਬਿਜ਼ਨਸ ਨੂੰ ਸਭ ਤੋਂ ਜ਼ਿਆਦਾ ਚਾਹੀਦੀ ਹੈ। ਮੈਂ ਇਹ ਨਹੀਂ ਕਹਿੰਦਾ, ਮੈਂ ਉਹਦੇ ਜਾਣਬੁੱਝ ਕੇ ਲਿਖਿਆ ਹੈਵੀ, ਰਿਲੇਟਿਵਲੀ ਹੈਵੀ ਹੈ। ਮੈਂ ਨਹੀਂ ਕਹਿੰਦਾ ਵੀ ਕਰੋੜਾਂ ਰੁਪਇਆ ਲੱਗਣਾ ਹਮੇਸ਼ਾ, ਬਟ ਬਾਕੀ ਦੋ ਨਾਲੋਂ ਮੈਂ ਲਿਖੇ ਦੇਵਾਂ ਐਵੇਂ ਫਿਰ ਦਿਮਾਗ 'ਤੇ ਬੋਝ ਪਊ। ਰਿਲੇਟਿਵਲੀ ਹੈਵੀ, ਬਾਕੀ ਦੋ ਚੁਆਇਸਿਸ ਨਾਲੋਂ ਇੱਥੇ ਪੈਸਾ ਵੱਧ ਚਾਹੀਦਾ ਸ਼ੁਰੂਆਤ ਲਈ। ਇੱਥੇ ਵੀ ਪੈਸਾ ਚਾਹੀਦਾ ਮੀਡੀਅਮ, ਇੱਥੇ ਤਾਂ ਚਾਹੀਦਾ ਹੀ ਨਹੀਂ ਹੈਗਾ ਇੱਕ ਤਰੀਕੇ ਨਾਲ। ਨੌਕਰ ਬਣਾਉਣ ਵਾਸਤੇ ਤੁਹਾਨੂੰ ਕੀ ਪੈਸਾ ਚਾਹੀਦਾ? ਇੰਟਰਵਿਊ ਦਿਓ, ਲੱਗ ਜਾਓ। ਤੁਸੀਂ ਤੁਹਾਡੇ ਕੋਲ ਭਾਵੇਂ ਰੁਪਈਆ ਨਾ ਹੋਵੇ, ਹੋਰ ਕੀ। ਇਹਦੇ ਵਾਸਤੇ ਵੀ ਅਗਰ ਮਾੜਾ ਮੋਟਾ ਆਪਣਾ ਕਲੀਨਿਕ ਖੋਲੋਗੇ, ਆਫਿਸ ਖੋਲੋਗੇ, ਤਾਂ ਥੋੜ੍ਹਾ ਬਹੁਤਾ ਪੈਸਾ ਚਾਹੀਦਾ ਹੀ ਹੈ ਅਗਰ ਪ੍ਰੋਫੈਸ਼ਨਲ ਬਣਨਾ ਤੁਸੀਂ। ਅੱਗੇ ਰਿਸਕ, ਸਭ ਤੋਂ ਜ਼ਿਆਦਾ ਰਿਸਕ ਕਿਸ ਨੂੰ ਹੈ? ਸੇਮ, ਇਹਦਾ ਰਿਸਕ ਬਹੁਤ ਜ਼ਿਆਦਾ ਹੁੰਦਾ, ਇਹਦਾ ਮੀਡੀਅਮ ਹੁੰਦਾ, ਇਹਦਾ ਲੋ ਹੁੰਦਾ। ਇਹ ਨਾ ਕਹੀਓ ਵੀ ਇੰਪਲੋਈਜ਼ ਨੂੰ ਰਿਸਕ ਨਹੀਂ ਹੁੰਦਾ, ਨਾ ਨਾ ਨਾ, ਕੰਮ ਨਹੀਂ ਕਰੂੰਗਾ ਕੱਢ ਕੇ ਬਾਹਰ ਮਾਰਨਗੇ।
ਸੱਚੀ ਹੈ ਨਾ, ਰਿਸਕ ਹੁੰਦਾ ਥੋੜਾ ਹੁੰਦਾ। ਪ੍ਰੋਫੈਸ਼ਨਲ ਦੇ ਵਿੱਚ ਮੀਡੀਅਮ ਜਿਹਾ ਰਿਸਕ ਹੁੰਦਾ, ਜ਼ਿਆਦਾ ਨਹੀਂ ਹੁੰਦਾ। ਸਭ ਤੋਂ ਵੱਧ ਰਿਸਕ ਬਿਜ਼ਨਸਮੈਨ ਨੂੰ ਹੁੰਦਾ, ਕਿਉਂਕਿ ਪੈਸਾ ਅਗਰ ਕੰਮ ਨਹੀਂ ਚੱਲਿਆ ਤਾਂ ਪੈਸਾ ਲੱਗਿਆ ਲਗਾਇਆ ਡੁੱਬ ਜਾਏਗਾ। ਟ੍ਰਾਂਸਫਰ ਆਫ ਇੰਟਰਸਟ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਟ੍ਰਾਂਸਫਰ ਆਫ ਓਨਰਸ਼ਿਪ ਲਗਾ ਲਓ। ਮਤਲਬ ਇਹ ਲਗਾ ਲਓ ਕਿ ਜਿਵੇਂ ਮੇਰੀ ਦੁਕਾਨ ਹੈ ਤਾਂ ਮੈਂ ਆਪਣੇ ਮੁੰਡੇ ਨੂੰ, ਆਪਣੇ ਜਵਾਕਾਂ ਨੂੰ, ਜਾਂ ਆਪਣੇ ਯਾਰ ਦੋਸਤ ਨੂੰ, ਜਾਂ ਆਪਣੇ ਘਰ ਵਾਲੀ ਨੂੰ, ਜਾਂ ਆਪਣੇ ਪਰਿਵਾਰ ਦੇ ਮੈਂਬਰ ਨੂੰ ਮੈਂ ਟ੍ਰਾਂਸਫਰ ਕਰ ਸਕਦਾ। ਅਗਰ ਜੇ ਮੇਰੀ ਦੁਕਾਨ ਹੈ, ਅੱਜ ਮੈਂ ਉਸ 'ਤੇ ਬੈਠਾ ਤਾਂ ਮੈਂ ਆਪਣੀ ਕੁਰਸੀ 'ਤੇ ਕੋਈ ਹੋਰ ਦੂਜਾ ਬੰਦਾ ਬਿਠਾ ਦੇਵਾਂ, ਕੋਈ ਪ੍ਰੋਬਲਮ ਨਹੀਂ। ਮਤਲਬ ਇੱਥੇ ਟ੍ਰਾਂਸਫਰ ਆਫ ਇੰਟਰਸਟ ਪੋਸੀਬਲ ਹੈ, ਬਿਲਕੁਲ ਹੈਗਾ। ਇੱਥੇ ਬਿਲਕੁਲ ਨਹੀਂ ਹੈਗਾ ਜੀ। ਹੁਣ ਤੁਸੀਂ ਡਾਕਟਰ ਹੋ, ਜਾਂ ਕਹਾਂ ਕਿ ਮੈਂ ਡਾਕਟਰ ਹਾਂ ਜਾਂ ਮੈਂ ਟੀਚਰ ਹਾਂ, ਠੀਕ ਹੈ, ਤੇ ਮੈਂ ਆਪਣੇ ਜਵਾਕ ਨੂੰ ਕਹਾਂ ਕਿ ਵੀ ਤੂੰ ਮੇਰੀ ਜਗ੍ਹਾ 'ਤੇ ਪੜ੍ਹਾ ਦੇ, ਐਂ ਥੋੜ੍ਹੀ ਹੁੰਦਾ। ਪ੍ਰੋਫੈਸ਼ਨਲ ਜਿਹੜਾ ਹੈਗਾ ਬੰਦਾ, ਉਹਦਾ ਇੱਕ ਪਰਟੀਕੂਲਰ ਸਕਿੱਲ ਹੈ, ਉਹ ਆਪਣਾ ਸਕਿੱਲ ਤਾਂ ਹੀ ਟ੍ਰਾਂਸਫਰ ਕਰ ਸਕਦਾ। ਇੱਕ ਓਨਰਸ਼ਿਪ ਜਗ੍ਹਾ ਦੀ ਦੇ ਦੂਗਾ ਵੱਧ ਤੋਂ ਵੱਧ, ਪਰ ਸਕਿੱਲ ਤਾਂ ਬੰਦੇ ਦਾ ਹੈ, ਉਹਦੇ ਬੇਸ 'ਤੇ ਸਾਰਾ ਕੁਝ ਚੱਲਦਾ ਹੋਵੇ। ਤਾਂ ਇੱਥੇ ਟ੍ਰਾਂਸਫਰ ਇੰਟਰਸਟ ਪੋਸੀਬਲ ਨਹੀਂ ਹੈਗਾ। ਅਤੇ ਇੰਪਲੋਈਜ਼ ਦਾ ਵੀ ਹਿਸਾਬ ਹੈ। ਹੁਣ ਮੈਂ ਅਗਰ ਬੈਂਕ 'ਚ ਲੱਗਿਆ ਪਿਆ ਅਤੇ ਮੈਂ ਇੱਕ ਦਿਨ ਨਹੀਂ ਜਾ ਪਾਇਆ ਅਤੇ ਮੈਂ ਕਹਾਂ ਮੈਂ ਆਪਣੇ ਮੁੰਡੇ ਨੂੰ ਭੇਜ ਰਿਹਾ, ਉਹ ਕੰਮ ਕਰ ਦੂ ਤੁਹਾਡਾ, ਐਵੇਂ ਥੋੜ੍ਹੀ ਹੁੰਦਾ। ਸਿੱਧੀ ਜਿਹੀ ਗੱਲ ਹੈ ਨਾ, ਠੀਕ ਹੈ। ਅੱਗੇ ਮੇਨ ਓਬਜੈਕਟਿਵ, ਇਹਨਾਂ ਦਾ ਮੇਨ ਓਬਜੈਕਟਿਵ ਹੁੰਦਾ ਆਹ ਪ੍ਰੋਫਿਟ ਅਰਨਿੰਗ, ਕਮਾਈ ਵੱਧ ਤੋਂ ਵੱਧ ਹੋਵੇ। ਇਹਨਾਂ ਦਾ ਓਬਜੈਕਟਿਵ ਹੁੰਦਾ ਰੈਂਡਰਿੰਗ ਸਰਵਿਸਿਜ਼ ਪ੍ਰੋਵਾਈਡ ਕਰਨਾ। ਮੇਨ ਓਬਜੈਕਟਿਵ ਇਹਨਾਂ ਦਾ ਹੁੰਦਾ ਕਿ ਵੈਲਫੇਅਰ ਹੁੰਦੀ ਸੋਸਾਇਟੀ ਦੀ। ਕਦੇ ਵੀ ਕਿਸੇ ਡਾਕਟਰ ਦਾ, ਵਕੀਲ ਦਾ ਓਬਜੈਕਟਿਵ ਪ੍ਰੋਫਿਟ ਕਮਾਉਣਾ ਨਹੀਂ ਹੁੰਦਾ, ਯਾਦ ਰੱਖਿਓ। ਹਾਂ, ਜਿਵੇਂ ਕਿ ਮੈਨੂੰ ਸੁਣਨ 'ਚ ਮਿਲਿਆ ਸੀਗਾ, ਉਹ ਬੰਦਾ ਕਹਿੰਦਾ ਯਾਰ ਐਤਕੀ ਤਾਂ ਕਹਿੰਦਾ ਧੰਦਾ ਮੰਦਾ ਚੱਲਿਆ। ਉਹ ਬੰਦਾ ਡਾਕਟਰ ਸੀਗਾ, ਕਹਿੰਦਾ ਬੰਦੇ ਬਿਮਾਰ ਹੀ ਨਹੀਂ ਹੋਏ। ਮੈਂ ਕਿਹਾ ਸ਼ਰਮ ਕਰ ਲੈ, ਤੂੰ ਲੋਕਾਂ ਦੀ ਬਿਮਾਰੀਆਂ ਹੀ ਸੋਚਦਾ ਰਹਿੰਦਾ ਵੀ ਲੋਕਾਂ ਨੂੰ ਬਿਮਾਰੀਆਂ ਲੱਗਣ। ਚਲੋ ਇਹ ਵੀ ਹਾਲਾਤ ਨੇ, ਪਰ ਅਸਲ 'ਚ ਡਾਕਟਰ ਨੇ, ਵਕੀਲ ਨੇ, ਜਿਹੜੇ ਸਰਵਿਸਿਜ਼ ਪ੍ਰੋਵਾਈਡ ਕਰਨ ਵਾਲੇ ਬੰਦੇ ਨੇ, ਇਹ ਪ੍ਰੋਫਿਟ ਦਾ ਨਹੀਂ ਦੇਖ ਕੇ ਕੰਮ ਕਰਦੇ। ਇਹ ਕੰਮ ਕਰਦੇ ਨੇ ਲੋਕਾਂ ਦੀ ਭਲਾਈ, ਸਰਵਿਸਿਜ਼ ਪ੍ਰੋਵਾਈਡ ਕਰਨਾ, ਸੇਵਾ ਕਰਨਾ ਮੇਨ ਮੋਟਿਵ ਹੁੰਦਾ। ਇੱਥੇ ਹੁੰਦਾ ਕਿ ਜੋਬ ਕੰਪਲੀਸ਼ਨ ਹੁੰਦੀ ਹੈ ਮੇਨ ਜਿਹੜਾ ਮੋਟਿਵ ਹੁੰਦਾ, ਕਿ ਮਤਲਬ ਜਿਹੜਾ ਉਹ ਟਾਸਕ ਮਿਲਿਆ ਨਾ ਉਹਨਾਂ ਨੂੰ ਐਜ਼ ਐਨ ਇੰਪਲੋਈ, ਅਗਰ ਤੁਹਾਨੂੰ ਕਿਸੇ ਨੇ ਕੰਮ 'ਤੇ ਰੱਖਿਆ ਹੈ ਤਾਂ ਆਪਣੇ ਮਾਲਕ ਦਾ ਦਿੱਤਾ ਹੋਇਆ ਕੰਮ ਪੂਰਾ ਕਰਨਾ ਤੁਹਾਡਾ ਮੇਨ ਓਬਜੈਕਟਿਵ ਹੈ, ਕੋਈ ਹੋਰ ਫਾਲਤੂ ਗੱਲ ਨਹੀਂ, ਹੈ ਨਾ। ਕੋਡ ਆਫ ਕੰਡਕਟ, ਦੇਖੋ ਜੀ ਬਿਜ਼ਨਸਮੈਨ ਵਾਸਤੇ ਨੋ ਕੋਡ ਆਫ ਕੰਡਕਟ। ਕੋਈ ਏਡਾ ਵੱਡਾ ਮਤਲਬ ਹਾਂ ਇੰਨਾ ਕਿ ਵੀ ਇਲੀਗਲ ਕੰਮ ਨਹੀਂ ਕਰੇਗਾ ਉਹ, ਬਟ ਕੋਈ ਬਹੁਤਾ ਪਰਟੀਕੂਲਰ ਕੋਡ ਆਫ ਕੰਡਕਟ ਨਹੀਂ ਹੈਗਾ। ਜਿਵੇਂ ਕਿ ਕੋਡ ਆਫ ਕੰਡਕਟ CAs ਨੂੰ, ਜਿਹੜੇ ਅਕਾਊਂਟੈਂਟ ਨੇ, ਚਾਰਟਰਡ ਅਕਾਊਂਟੈਂਟ, ਉਹਨਾਂ ਨੂੰ ਵਰਤਣਾ ਪੈਂਦਾ, ਠੀਕ ਹੈ। ਵਕੀਲ ਨੇ ਕੋਡ ਆਫ ਕੰਡਕਟ ਫੋਲੋ ਕਰਨਾ ਪੈਂਦਾ, ਡਾਕਟਰਸ ਨੇ ਕੋਡ ਆਫ ਕੰਡਕਟ ਫੋਲੋ ਕਰਨਾ ਪੈਂਦਾ। ਇੱਥੇ ਮੈਂਡੇਟਰੀ ਹੈ ਕੋਡ ਆਫ ਕੰਡਕਟ ਫੋਲੋ ਕਰਨਾ। ਕੋਡ ਆਫ ਕੰਡਕਟ ਮਤਲਬ ਇੱਕ ਰੂਲਸ ਰੈਗੂਲੇਸ਼ਨਸ ਨੂੰ ਫੋਲੋ ਕਰਨਾ। ਬਾਰ ਕੌਂਸਲ ਹੈ ਵਕੀਲਾਂ ਦੇ ਉੱਪਰ, ਸਿਰ ਦੇ ਉੱਤੇ, ਅਤੇ ਜੇ ਵਕੀਲ ਕੁਝ ਗਲਤ ਕੰਮ ਕਰਨਗੇ ਤਾਂ ਉਹਨਾਂ ਦਾ ਲਾਇਸੈਂਸ ਕੈਂਸਲ ਹੋ ਜਾਏਗਾ, ਉਹਨਾਂ ਨੂੰ ਵਕਾਲਤ 'ਚੋਂ ਹੋ ਸਕਦੇ ਨੇ, ਠੀਕ ਹੈ। ਅਗਰ ਕੁਛ ਉਹ ਗਲਤ ਕੰਮ ਕਰਦੇ ਫੜੇ ਜਾਂਦੇ ਨੇ ਤਾਂ ਕੋਡ ਆਫ ਕੰਡਕਟ ਫੋਲੋ ਕਰਨਾ ਉਹਨਾਂ ਲਈ ਜ਼ਰੂਰੀ ਹੋ ਜਾਂਦਾ। ਬਿਜ਼ਨਸਮੈਨ ਦਾ ਤਾਂ ਕੋਈ ਇਹੋ ਜਿਹਾ ਸੀਨ ਨਹੀਂ ਹੈਗਾ, ਉਹਨਾਂ ਦੇ ਇੱਥੇ ਸਿਰ 'ਤੇ ਤਾਂ ਕੋਈ ਨਹੀਂ ਬੈਠਾ। ਇੰਪਲੋਈਜ਼ ਦਾ ਵੀ ਇਹੀ ਲਗਾ ਲਓ, ਮੈਂਡੇਟਰੀ ਹੋ ਜਾਂਦਾ, ਠੀਕ ਹੈ। ਜਿਹੜੀ ਉਹ ਜੋਬ 'ਚ ਬੈਠਾ, ਜਿਹੜੇ ਵੀ ਆਰਗੇਨਾਈਜੇਸ਼ਨ 'ਚ ਬੈਠਾ, ਜਿਸ ਹਿਸਾਬ ਨਾਲ ਉੱਥੇ ਰੂਲਸ ਰੈਗੂਲੇਸ਼ਨਸ ਹੋਣਗੇ, ਉਹੋ ਜਿਹੇ ਕੋਡ ਆਫ ਕੰਡਕਟ ਫੋਲੋ ਕਰਨੇ ਪੈਣਗੇ। ਨੇਚਰ ਆਫ ਵਰਕ, ਬਿਜ਼ਨਸਮੈਨ ਦਾ ਵਰਕ ਕਿਹੋ ਜਿਹਾ ਹੁੰਦਾ? ਪ੍ਰੋਡਕਸ਼ਨ। ਉਹਨੇ ਕੁਛ ਨਾ ਕੁਛ ਪ੍ਰੋਡਿਊਸ ਕਰਕੇ ਦੇਣਾ, ਚਾਹੇ ਉਹ ਗੁਡਸ ਪ੍ਰੋਡਿਊਸ ਕਰਕੇ ਦੇਵੇ, ਚਾਹੇ ਸਰਵਿਸਿਜ਼ ਪ੍ਰੋਡਿਊਸ ਕਰਕੇ ਦੇਵੇ। ਪ੍ਰੋਡਕਸ਼ਨ ਕਰਕੇ ਕੰਜ਼ਿਊਮਰ ਤੱਕ ਆਪਣੀ ਪ੍ਰੋਡਕਸ਼ਨ ਪਹੁੰਚਾਉਣੀ ਹੈ ਅਤੇ ਪ੍ਰੋਫਿਟ ਖਾਣਾ, ਹੈ ਨਾ। ਪ੍ਰੋਫੈਸ਼ਨਲ ਦਾ ਕੰਮ ਕਿਆ ਹੁੰਦਾ? ਸਰਵਿਸਿਜ਼ ਪ੍ਰੋਵਾਈਡ ਕਰਨਾ, ਪ੍ਰੋਵਾਈਡਿੰਗ ਸਰਵਿਸਿਜ਼, ਮੇਨ ਕੰਮ ਇਹੀ ਹੈ ਪ੍ਰੋਫੈਸ਼ਨਲਸ ਦਾ, ਠੀਕ। ਅਤੇ ਇੰਪਲੋਈਜ਼ ਦਾ ਕੀ ਕੰਮ ਹੈ? ਜੋਬਸ ਨੂੰ ਕੰਪਲੀਟ ਕਰਨਾ, ਟਾਸਕ ਫੁਲਫਿਲ ਕਰਨਾ, ਲਾ ਲਓ ਫੁਲਫਿਲਮੈਂਟ ਆਫ टास्क मतलब जो बॉस ने कहा बस वो करना, ठीक, जो बॉस ने कहा वो काम करना। लास्ट पॉइंट, रिवार्ड की मिलता है, जिस दे पिछे इन्नी सिर खपाई हो रही है, की है वो रिवार्ड? इन्होंने की मिलता है? इन्नी सिर खपाई बदले प्रॉफिट मिल रहा है जी, ठीक है, लाभ होंगे।
ਪ੍ਰੋਫਿਟ ਮਿਲਦਾ। ਪ੍ਰੋਫੈਸ਼ਨਲਸ ਨੂੰ ਕੀ ਮਿਲਦਾ? ਫੀਸ ਮਿਲਦੀ ਹੈ ਉਹਨਾਂ ਦੇ ਕੰਮ ਦੇ ਬਦਲੇ, ਫੀਸ ਹੈ ਨਾ। ਜਿਵੇਂ ਆਪਾਂ ਅਕਾਊਂਟੈਂਟ ਨੂੰ ਫੀਸ ਪੇ ਕਰਦੇ ਹਾਂ, ਟੀਚਰਸ ਨੂੰ ਫੀਸ ਪੇ ਕਰਦੇ ਹਾਂ, ਡਾਕਟਰਸ ਨੂੰ ਫੀਸ ਪੇ ਕਰਦੇ ਹਾਂ, ਐਡਵੋਕੇਟਸ ਨੂੰ ਵੀ ਫੀਸ ਪੇ ਕਰਦੇ। ਅਤੇ ਇੰਪਲੋਇਜ਼ ਨੂੰ ਕੀ ਮਿਲਦਾ? ਸੈਲਰੀ ਜਾਂ ਵੇਜਸ ਵੀ ਕਹਿ ਦਿੰਦੇ। ਠੀਕ, ਬਸ ਆ ਡਿਫਰੈਂਸ ਸੀਗਾ। ਫਿਲਹਾਲ ਸਾਡੀ ਇਸ ਵੀਡੀਓ ਵਿੱਚ ਇੰਨਾ ਕੁ ਹੀ। ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਦੇ ਵਿੱਚ। ਚੰਗਾ ਜੀ, ਸਤਿ ਸ਼੍ਰੀ ਅਕਾਲ।